ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਦੋ ਮੁੱਦਿਆਂ ਬਾਰੇ ਮੁੱਖ ਤੌਰ ਤੇ ਗੱਲਬਾਤ ਕਰਾਂਗੇ। ਪਹਿਲਾ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੀ ਬਰਸੀ ਬਾਰੇ ਅਤੇ ਦੂਜਾ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਤੇ ਕੀਤੇ ਜਾ ਰਹੇ ਹਮਲਿਆਂ ਬਾਰੇ। ਸਾਡੇ ਨਾਲ ਇਹਨਾਂ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਵਿਰੋਧੀ ਧਿਰ ਵੱਲੋਂ ਕਰਾਂਗੇ ਵੀ ਕਿ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਚੱਲ ਰਿਹਾ ਹੈ। ਉਸ ਦੌਰਾਨ ਜਿਹੜਾ ਹੈਗਾ ਕੇਂਦਰ ਦਾ ਮੌਨਸੂਨ ਸੈਸ਼ਨ ਚਲਾਇਆ ਜਾਂਦਾ ਹੈ, ਜਿਸ ਨੂੰ ਕਿ 2 ਦਿਨ ਪਹਿਲਾਂ ਹੀ ਖਤਮ ਕਰ ਦਿੱਤਾ ਜਾਂਦਾ ਹੈ ਤੇ ਅੱਜ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਨੂੰ, ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ, ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਵਿਰੋਧੀ ਧਿਰ ਵੱਲੋਂ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਹਨਾਂ ਦੇ ਮੁੱਖ ਮਾਇਨੇ ਕੀ ਨੇ? ਅਸਲ ਦੇ ਵਿੱਚ ਇਹ ਹੈ ਕਿ ਸਾਡੇ ਜਿਹੜੀ ਜਮਹੂਰੀਅਤ ਦਾ ਮੈਨੂੰ ਲੱਗਦਾ ਇੱਕ ਟਾਈਪ ਦਾ ਜਨਾਜ਼ਾ ਨਿਕਲ ਰਿਹਾ ਟੋਟਲੀ। ਉਹਦਾ ਕਾਰਨ ਹੈ ਕਿ ਕਾਫੀ ਲੰਮੇ ਸਮੇਂ ਤੋਂ, ਜਦੋਂ ਤੋਂ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਹੈ, ਉਦੋਂ ਤੋਂ ਲੈ ਕੇ ਹੀ ਪਾਰਲੀਮੈਂਟ ਤਾਂ ਚੱਲੀ ਹੀ ਨਹੀਂ ਜੀ। ਵਿਰੋਧੀ ਧਿਰ ਆਪਣੀ ਗੱਲ 'ਤੇ ਰਹੀ, ਕਿਉਂਕਿ 3 ਮੇਜਰ ਮੁੱਦੇ ਵਿਰੋਧੀ ਧਿਰ ਵੱਲੋਂ ਸਾਹਮਣੇ ਆ ਰਹੇ ਸੀ। ਇੱਕ ਮੁੱਦਾ ਇਹ ਸੀ ਕਿਸਾਨਾਂ ਦਾ ਖੇਤੀ ਦੇ ਬਿੱਲਾਂ 'ਤੇ ਜਿਹੜੀ ਐਜੀਟੇਸ਼ਨ ਚੱਲ ਰਹੀ ਹੈ ਵਾਪਸ ਲੈਣ 'ਤੇ, ਕਿ ਇਹਦੇ 'ਤੇ ਚਰਚਾ ਕਰਕੇ ਇਹਨਾਂ ਨੂੰ ਵਾਪਸ ਲਓ। ਦੂਜਾ ਮੁੱਦਾ ਸੀ ਉਹਦਾ ਉਸੇ ਸਮੇਂ ਦੌਰਾਨ ਆਇਆ ਪੈਗਾਸਸ ਦਾ, ਜਿਹੜਾ ਜਾਸੂਸੀ ਹੋ ਰਹੀ ਹੈ ਪੱਤਰਕਾਰਾਂ ਦੀ, ਲੇਖਕਾਂ ਦੀ, ਪੋਲੀਟੀਕਲ ਬੰਦਿਆਂ ਦੀ ਜਾਂ ਬਾਕੀ ਲੋਕਾਂ ਦੀ। ਉਹਦੇ ਲਈ ਸਰਕਾਰ ਤੋਂ ਸਵਾਲ ਪੁੱਛ ਰਹੇ ਨੇ ਲਗਾਤਾਰ ਕਿ ਕੀ ਤੁਸੀਂ ਉਹ NSSO ਜਿਹੜੀ ਕੰਪਨੀ ਹੈ ਉਹ ਤੋਂ ਮਤਲਬ ਖਰੀਦੀ ਹੈ ਜਾਂ ਪਰਚੇਜ ਕੀਤੀ ਹੈ, ਉਹਦੀ ਜਿਹੜੀ ਐਕਸਪਰਟਾਈਜ਼ ਰਾਏ ਹੈ ਜਾਂ ਉਹਦੇ ਤੋਂ ਕੋਈ ਡਾਟਾ ਤੁਸੀਂ ਕਲੈਕਟ ਕਰਵਾਇਆ ਹੈ ਜਾਂ ਫੋਨ ਟੇਪ ਕਰਾਏ ਨੇ। ਇਹਦਾ ਜਵਾਬ ਸਰਕਾਰ ਕੋਲ ਕੋਈ ਠੋਸ ਨਹੀਂ, ਹਾਂ ਜਾਂ ਨਾ ਦੇ ਵਿੱਚ ਨਹੀਂ ਹੈ। ਅਸੀਂ ਐਂ ਕਰ ਨਹੀਂ ਸਕਦੇ, ਨਹੀਂ ਹੈ, ਜੋ ਵੀ ਮਰਜ਼ੀ ਹੈ, ਜਾਂ ਫਿਰ ਇਹਦੀ ਜਾਂਚ ਕਰਾਓ ਜੀ। ਅਤੇ ਇੱਕ ਹੈ ਮਹਿੰਗਾਈ ਦਾ ਸਵਾਲ। ਮਹਿੰਗਾਈ ਬੜਾ ਵੱਡਾ ਮੁੱਦਾ, ਪੈਟਰੋਲੀਅਮ ਪਦਾਰਥਾਂ ਕਰਕੇ ਅਤੇ ਜਿਹੜੇ ਸਾਰਾ ਰਸੋਈ ਗੈਸ ਤੋਂ ਲੈ ਕੇ ਇਹ ਬਹੁਤ ਵੱਡਾ ਇਸ਼ੂ ਸੀ। ਹੁਣ ਉਹ ਤਿੰਨਾਂ 'ਤੇ ਚਰਚਾ ਨਹੀਂ ਹੋਈ। ਅਸਲ 'ਚ ਇੱਕ ਤਾਂ ਤਰੀਕਾ ਇਹ ਹੁੰਦਾ ਸੀ ਨਾ ਵੀ ਆਪਾਂ ਟਾਈਮ ਰੱਖ ਲਓ, ਚਰਚਾ ਕਰੋ। ਉਹ ਕਹਿੰਦੇ ਸੀ ਬਾਕੀ ਸਭ ਕੰਮ ਛੱਡ ਦਿਓ, ਇਹਨਾਂ 'ਤੇ ਚਰਚਾ ਕਰੋ। ਔਰ ਕਈ ਪਾਰਟੀਆਂ ਨੇ ਮਤਲਬ ਇਸ ਤਰ੍ਹਾਂ ਦਾ ਐਡਜੋਰਨਮੈਂਟ ਮੋਸ਼ਨ ਵੀ ਦਿੱਤੇ, ਜਿਹਨੂੰ ਆਪਾਂ ਕਹਿੰਦੇ ਹਾਂ ਕੰਮ ਰੋਕੋ ਪ੍ਰਸਤਾਵ। ਕੰਮ ਰੋਕੂ ਪ੍ਰਸਤਾਵ ਦਾ ਹਮੇਸ਼ਾ ਹੀ ਇਹ ਤਰੀਕਾ ਹੁੰਦਾ ਹੈ ਕਿ ਉਹ ਇਸ ਮਹੱਤਵ ਦਾ ਮੁੱਦਾ ਹੁੰਦਾ ਹੈ ਵੀ ਅੱਜ ਸਾਰੇ ਛੱਡ ਦਿਓ, ਇਹਨੂੰ ਤਰਜੀਹੀ ਆਧਾਰ 'ਤੇ ਪਹਿਲਾਂ ਪਾਰਲੀਮੈਂਟ ਚਰਚਾ ਕਰਕੇ ਹੱਲ ਕਰੇ, ਉਸ ਤੋਂ ਬਾਅਦ ਅਗਲੇ ਮੁੱਦੇ ਲੈਂਦੇ ਜਾਵਾਂਗੇ ਜੀ। ਇਹਦਾ ਮਤਲਬ ਸਰਕਾਰ ਨੇ ਇਹਨਾਂ ਤਿੰਨੇ ਵੱਡੇ ਮੁੱਦਿਆਂ 'ਚੋਂ ਕਿਸੇ ਨੂੰ ਇੰਨਾ ਇੰਪੋਰਟੈਂਟ ਨਹੀਂ ਸਮਝਿਆ ਵੀ ਇੱਥੇ ਕੰਮ ਰੋਕੂ ਪ੍ਰਸਤਾਵ ਮਤਲਬ ਮਨਜ਼ੂਰ ਕਰਕੇ ਗੱਲਬਾਤ ਕੀਤੀ ਜਾਏ। ਹੁਣ ਫਿਰ ਅੱਗੇ ਟਕਰਾਅ ਵੱਧਦਾ ਗਿਆ। ਜਿਹੜੇ ਕਾਨੂੰਨ ਵੀ ਪਾਸ ਹੋਏ ਜੀ, ਇਸ ਦੌਰਾਨ ਕਾਨੂੰਨ ਵੀ ਪਾਸ ਹੋਏ, ਅਤੇ ਉਹਨਾਂ ਕਾਨੂੰਨਾਂ ਦੇ ਵਿੱਚ ਵੀ ਪਾਰਲੀਮੈਂਟ ਦੀ ਤਾਂ ਕੋਈ ਰਾਏ ਨਹੀਂ, ਉਹ ਐਵੇਂ ਪਾਸ ਹੀ ਹੋਏ ਨੇ। ਮਤਲਬ ਪਾਰਲੀਮੈਂਟ ਦਾ ਇੱਕ ਨਾਮ ਹੈ, ਇੱਕ ਟੇਬਲ ਹੈ, ਅਤੇ ਉੱਤੇ ਰੱਖ ਕੇ ਤੁਸੀਂ ਪਾਸ ਕਰਤੇ, ਕਿਉਂਕਿ ਆਪੋਜੀਸ਼ਨ 'ਚ ਉਹਦੇ 'ਚ ਕੋਈ ਬਹਿਸ ਨਹੀਂ। ਕੇਵਲ ਇੱਕ ਕਾਨੂੰਨ ਜਿਹੜਾ OBC ਨਾਲ ਰਿਲੇਟਡ ਹੈ, ਇਹਦੇ ਤੋਂ ਬਿਨਾਂ ਜਾਂ ਇੰਸ਼ੋਰੈਂਸ ਵਾਲੇ 2 ਕਾਨੂੰਨਾਂ 'ਤੇ ਮਾੜੀ ਮੋਟੀ ਗੱਲ ਕਿਤੇ ਹੋਈ, ਬਾਕੀ ਸਾਰੇ ਕਾਨੂੰਨ ਉਹ ਨੇ। ਔਰ ਜਦੋਂ ਕਾਨੂੰਨ, ਉਹਨਾਂ ਕਾਨੂੰਨਾਂ ਦੀ ਬੁੱਕਤ ਕੀ ਹੈ, ਉਹ ਕਾਨੂੰਨਾਂ ਦੀ ਜਿਹੜੀ ਵੈਸੇ ਅਖਲਾਕੀ ਪੱਖ ਤੋਂ ਕੀ ਵਾਜਬੀਅਤ ਹੈ, ਜਿਹਦੇ 'ਤੇ ਤੁਸੀਂ ਚਰਚਾ ਕਰਨ ਲਈ ਤਿਆਰ ਨਹੀਂ, ਅਤੇ ਬਸ ਪਾਸ ਹੋ ਗਏ ਨੇ। ਉਹਦੇ ਬਾਅਦ ਦੇ ਵਿੱਚ ਹੀ ਲੋਕ ਦੇਖਣਗੇ ਕੀ ਹੈ, ਇਹਦਾ ਫਾਇਦਾ ਕੀ ਨੁਕਸਾਨ। ਅਤੇ ਹੁਣ ਲਗਾਤਾਰ ਚੱਲ ਰਹੇ ਟਕਰਾਅ ਦੇ ਵਿੱਚੋਂ ਫਿਰ 2 ਦਿਨ ਪਹਿਲਾਂ ਸੈਸ਼ਨ ਵੀ ਬੰਦ ਕਰਨਾ ਪਿਆ, ਮਤਲਬ ਪੂਰਾ ਨਹੀਂ ਹੋਇਆ। ਹੁਣ ਪ੍ਰਧਾਨ ਮੰਤਰੀ ਨੇ ਇੱਕ ਵੀ ਦਿਨ ਕੋਈ ਇਹੋ ਜਿਹਾ ਐਫਰਟ ਨਹੀਂ ਕੀਤਾ, ਕੋਸ਼ਿਸ਼ ਨਹੀਂ ਕੀਤੀ ਕਿ ਇਹ ਕਿਤੇ ਨਾ ਕਿਸੇ ਤਰੀਕੇ ਆਪਾਂ ਕਿਸੇ ਸਮਝੌਤੇ 'ਤੇ ਪਹੁੰਚ ਜਾਈਏ ਅਤੇ ਆਪਾਂ ਇਹਨੂੰ ਗੱਲ ਨਿਪਟਾ ਲਈਏ ਅਤੇ ਗੱਲ ਸ਼ੁਰੂ ਕਰੀਏ। ਇਸ ਲਈ ਇਹ ਚਰਚਾ ਨਹੀਂ ਹੋਈ। ਹੁਣ ਜਿਹੜਾ ਕੱਲ੍ਹ ਦਾ ਪਰਸੋਂ ਦਾ ਸਵਾਲ ਸੀਗਾ ਉਹ ਕਿ ਰਾਜ ਸਭਾ ਦੇ ਵਿੱਚ ਬੜਾ ਵੱਡਾ ਇੱਕ ਟਕਰਾਅ ਕਹੋ ਜਾਂ ਜੋ ਵੀ ਮਰਜ਼ੀ, ਕਿ ਉਹਨਾਂ ਨੇ ਇਹ ਐਲੀਗੇਸ਼ਨ ਲਾਇਆ ਵਿਰੋਧੀ ਧਿਰ ਨੇ ਕਿ ਮਾਰਸ਼ਲਾਂ ਤੋਂ ਜਿਨ੍ਹਾਂ ਤੋਂ ਚੁਕਾ ਕੇ ਭੱਜੇ ਕੁਛ ਬੰਦੇ ਡੈਸਕ 'ਤੇ ਚੜ੍ਹ ਗਏ ਸੀ 1-2, ਅਤੇ ਉਹਦੇ 'ਚ ਚੇਅਰਮੈਨ ਨੇ ਰਾਜ ਸਭਾ ਦੇ ਇਹ ਕਿਹਾ ਜੀ ਮੈਨੂੰ ਨੀਂਦ ਨਹੀਂ ਆਈ, ਜਾਂ ਇਮੋਸ਼ਨਲ ਇੱਕ ਸਪੀਚ ਕੀਤੀ। ਉਹਦੇ ਕਾਊਂਟਰ ਵਜੋਂ ਆਪੋਜੀਸ਼ਨ ਅੱਜ ਧੜੱਲੇ ਨਾਲ ਸਾਹਮਣੇ ਆਈ ਉਸ ਪੱਧਰ ਦੇ ਉੱਤੇ। ਔਰ ਨਾਲ ਦੀ ਨਾਲ ਇਹ ਹੈ ਕਿ ਇਹ ਵੀ ਕਿਹਾ ਗਿਆ ਕਿ ਇੱਕ ਜਿਹੜੀ MP ਹੈ ਲੇਡੀ, ਉਹਨੇ ਕਿਹਾ ਕਿ ਮੈਨੂੰ ਮੇਲ ਮੈਂਬਰਾਂ ਨੇ ਜਿਵੇਂ ਧੱਕੇ ਦਿੱਤੇ, ਉਹ ਕਹਿ ਰਹੀ ਸੀ ਬਾਂਹ 'ਤੇ ਜੋ ਸੱਟ ਵੱਜੀ, ਜਿੱਥੇ ਵੀ ਕਿਤੇ ਵੱਜੀ, ਵੀ ਇਹ ਮਾਹੌਲ ਪਹਿਲੀ ਵਾਰ ਵਿਧਾਨ ਸਭਾ ਵਿੱਚ ਕਈ ਵਾਰ ਮਾੜਾ ਮੋਟਾ ਦੇਖਿਆ ਗਿਆ, ਪਰ ਪਾਰਲੀਮੈਂਟ 'ਚੋਂ ਕਹਿੰਦੇ ਪਹਿਲੀ ਵਾਰ ਹੋਇਆ ਜਿਸ ਲੈਵਲ 'ਤੇ ਤੁਸੀਂ ਬਾਹਰੋਂ। ਆਪੋਜੀਸ਼ਨ ਤਾਂ ਇਹ ਵੀ ਐਲੀਗੇਸ਼ਨ ਲਾ ਰਹੀ ਹੈ, ਹਾਲਾਂਕਿ ਸਰਕਾਰ ਨੇ ਮੰਨਿਆ ਨਹੀਂ ਇਹ ਵੀ ਹੈ ਵੀ ਜਿਹੜੇ ਅੰਦਰ ਸਿਕਿਉਰਿਟੀ ਗਾਰਡ ਹੁੰਦੇ ਨੇ ਬਣਾਏ ਹੋਏ, ਭੇਜੇ ਡਿਊਟੀ, ਉਹ ਤੋਂ ਬਿਨਾਂ ਵੀ ਬੰਦੇ ਅੰਦਰ ਵਾੜ ਕੇ ਤੁਸੀਂ ਉਹਨਾਂ ਤੋਂ ਖਿੱਚ ਤੂ ਕਰਾਈ ਹੈ। ਮਤਲਬ ਜਿਹੜੇ ਇਹ ਬਹੁਤ ਸੀਰੀਅਸ ਐਲੀਗੇਸ਼ਨ ਹੈ ਜੇਕਰ ਇਹ ਸਾਬਤ ਹੁੰਦਾ, ਕਿਉਂਕਿ ਸਾਬਤ ਤਾਂ ਇਹੀ ਹੈ ਕਿ ਉੱਥੇ ਕੈਮਰੇ ਤਾਂ ਲੱਗੇ ਹੀ ਹੁੰਦੇ ਨੇ ਜੇਕਰ ਸਾਬਤ ਹੋ ਜੇ ਉਸ ਲੈਵਲ 'ਤੇ।
ਹੁਣ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਰਾਹੁਲ ਗਾਂਧੀ ਦੀ ਅਗਵਾਈ 'ਚ ਵੱਖ-ਵੱਖ ਪਾਰਟੀਆਂ ਨੇ ਐਜ ਏ ਆਪੋਜੀਸ਼ਨ ਜੀ ਇੱਕ ਸਿੱਧਾ ਹੀ ਇਲਜ਼ਾਮ ਇਹ ਲਾਇਆ ਹੈ, ਬਸ ਜਿਹੜਾ ਸਭ ਤੋਂ ਸਖਤ ਤੇ ਠੋਸ ਇਲਜ਼ਾਮ ਹੈ ਜਿਹੜਾ ਲਾਇਆ ਹੈ। ਔਰ ਨਾ ਵੀ ਉਹਨੇ ਕੁਝ ਨਹੀਂ ਕਿਹਾ ਸਰਕਾਰ ਜਾਂ ਕੁਝ, ਉਹ ਕਹਿੰਦਾ ਮੋਦੀ ਦੇਸ਼ ਨੂੰ ਵੇਚ ਰਿਹਾ ਜੀ ਤੇ ਵੇਚਣ ਦੇ ਚੱਕਰ ਦੇ ਵਿੱਚ ਹੀ ਕੋਈ ਨਾ ਚਰਚਾ ਕਰਾਈ ਜਾ ਰਹੀ ਹੈ ਨਾ ਕੋਈ ਡੈਮੋਕ੍ਰੇਸੀ ਜਿਹੜੀ ਹਾਈਜੈਕ ਹੋ ਗਈ ਹੈ, ਜਮਹੂਰੀਅਤ ਜਰਗਮਾਲ ਬਣਾ ਲਈ ਗਈ ਹੈ। ਇੱਥੇ ਕੋਈ ਚਰਚਾ ਲਈ ਤਿਆਰ ਨਹੀਂ। ਆਪੋਜੀਸ਼ਨ ਨੇ ਵੱਖ-ਵੱਖ ਮੁੱਦੇ ਉਠਾਏ, ਸਰਕਾਰ ਮਨਮਾਨੀ ਕਰ ਰਹੀ ਹੈ, ਜ਼ਬਰਦਸਤੀ ਦੇਸ਼ ਵੇਚਿਆ ਜਾ ਰਿਹਾ ਹੈ। ਹੁਣ ਇਹ ਲੜਾਈ ਸੜਕ ਤੇ ਹੋਏਗੀ ਜੀ ਮਤਲਬ ਉਸ ਪੱਧਰ ਤੇ ਇਹ ਐਲੀਗੇਸ਼ਨ ਹੈ। ਉਧਰ ਕਾਂਗਰਸ ਬੀਜੇਪੀ ਦੇ ਮਿਨਿਸਟਰਾਂ ਨੇ, ਐਨਡੀਏ ਦੇ ਮਿਨਿਸਟਰਾਂ ਨੇ ਬੈਠ ਕੇ ਕਿਹਾ ਐਲੀਗੇਸ਼ਨ ਵੀ ਸਾਨੂੰ ਥ੍ਰੈਟ ਕਰਦੇ ਰਹੇ ਆਪੋਜੀਸ਼ਨ ਰਾਹੁਲ ਗਾਂਧੀ ਦੇ ਨਾਂ ਤੇ ਬਾਕੀ ਇਹ ਇਸ ਹੱਦ ਤੱਕ ਥ੍ਰੈਟ ਕੀਤਾ ਵੀ ਜੇ ਤੁਸੀਂ ਬਾਕੀ ਕਾਨੂੰਨ ਪਾਸ ਕੀਤੇ ਤਾਂ ਤੁਹਾਡੇ ਨਾਲ ਦੇਖੋ ਕੀ ਕਰਦੇ ਹਾਂ ਅਸੀਂ, ਜਾਂ ਜਿਵੇਂ ਧਮਕੀਆਂ ਇੱਕ ਟਾਈਪ ਦੇ ਐਲੀਗੇਸ਼ਨ ਇਲਜ਼ਾਮ ਇੱਕ ਦੂਜੇ ਦੇ ਕਾਊਂਟਰ ਇਲਜ਼ਾਮ। ਐ ਨਹੀਂ ਲੱਗਦਾ ਵੀ ਉਹ ਮੈਂਬਰ ਪਾਰਲੀਮੈਂਟ ਜਾਂ ਸਰਕਾਰਾਂ ਕੁਝ ਕਰ ਰਹੀਆਂ ਨੇ, ਐਵੇਂ ਲੱਗਦਾ ਜਿਵੇਂ ਬਦਮਾਸ਼ੀ ਜੀ ਦਾ ਖੇਡ ਹੁੰਦਾ, ਦੋ ਭਲਵਾਨਾਂ ਦੇ ਅਖਾੜੇ ਹੁੰਦੇ ਨੇ ਤੇ ਤੁਸੀਂ ਇੱਕ ਦੂਜੇ ਤੇ ਕੀ ਕਰ ਰਹੇ ਹੋ। ਇਹ ਜਮਹੂਰੀਅਤ ਦਾ ਤਾਂ ਜਲੂਸ ਹੈਗਾ ਹੀ ਹੈ। ਪਰ ਇੱਕ ਗੱਲ ਕਲੀਅਰ ਹੈ ਕਿ ਪਹਿਲੀ ਵਾਰ ਕਾਫੀ ਲੰਮੇ ਸਮੇਂ ਤੋਂ ਬਾਅਦ, ਸ਼ਾਇਦ 7 ਸਾਲਾਂ ਦੇ ਦੌਰਾਨ ਜੀ ਇੰਨੇ ਕਟਹਿਰੇ 'ਚ ਖੜ ਗਈ ਹੋਵੇ ਮੋਦੀ ਸਰਕਾਰ ਤੇ ਜਵਾਬ ਨਾ ਆਉਂਦਾ। ਇਹ ਪਹਿਲੀ ਵਾਰ ਹੈ ਆਪੋਜੀਸ਼ਨ ਇਸ ਪੱਧਰ ਤੇ ਇਕੱਠੀ ਹੋ ਕੇ ਉਹਨੂੰ ਕਾਊਂਟਰ ਕੀਤਾ। ਇਹਦੇ ਪਿੱਛੇ ਮੈਨੂੰ ਲੱਗਦਾ ਸਭ ਤੋਂ ਬੜਾ ਸਵਾਲ ਪਹਿਲੇ ਸ਼ਾਹੀਨ ਬਾਗ ਦੇ ਮੋਰਚੇ ਦਾ ਤੇ ਹੁਣ ਕਿਸਾਨ ਮੋਰਚੇ ਦਾ। ਜੀ ਉਹ ਜਿਹੜੀ ਲੋਕਾਂ ਦੀ ਇੱਕ ਤਾਕਤ ਦੇ ਤੌਰ ਤੇ ਅੰਦਰੋਂ ਦਬਾਅ ਸੀ ਇਹਨਾਂ ਆਪੋਜੀਸ਼ਨ ਦੇ ਉੱਤੇ ਵੀ ਤੁਸੀਂ ਇਹ ਕਰਨਾ ਹੈ, ਉਹਦੇ ਦਬਾਅ ਦਾ ਵੀ ਅਸਰ ਇਸ ਸਾਰੇ ਮੁੱਦੇ ਦੇ ਉੱਤੇ ਸੀ। ਤੇ ਆਪੋਜੀਸ਼ਨ ਧੜੱਲੇ ਨਾਲ ਜਿਹੜੀ ਉਹ ਡਰ ਜਾਂ ਉਹ ਲਹਿਜਾ ਛੱਡ ਕੇ ਜਿਹੜੀ ਮੈਦਾਨੇ ਜੰਗ ਦੇ ਵਿੱਚ ਆਈ ਹੈ। ਸ਼ਾਇਦ ਅਗਲਾ ਇਹ ਇੰਟਰਸਟਿੰਗ ਹੋਏਗਾ ਕੰਟਰੀ ਦੀ ਪੋਲੀਟਿਕਸ ਹੁਣ ਇਸ ਤੋਂ ਬਾਅਦ ਉਹ ਕੀ ਰੁਖ ਲੈਂਦੀ ਹੈ ਔਰ ਕਿਸ ਤਰੀਕੇ ਨਾਲ ਜਾਂਦੀ ਹੈ, ਕੀ ਆਪੋਜੀਸ਼ਨ ਇਕੱਠੀ ਹੋ ਕੇ ਪੂਰੇ ਦੇਸ਼ 'ਚ ਵਿਚਰੂਗੀ, ਕਿਵੇਂ ਵਿਚਰੂਗੀ, ਕੋਈ ਲਾਮਬੰਦੀ ਕਰੂਗੀ, ਕਿਸ ਤਰੀਕੇ ਨਾਲ ਕਰੇਗੀ। ਉਦੋਂ ਪਹਿਲਾਂ 5 ਰਾਜਾਂ ਦੀਆਂ ਚੋਣਾਂ ਵੀ ਨੇ। ਇਹ ਸਾਰਾ ਕੁਝ ਹੀ ਇੱਕ ਹੁਣ ਇਸ ਪਾਰਲੀਮੈਂਟ ਤੋਂ ਬਾਅਦ ਇੱਕ ਨਵੇਂ ਤਰੀਕੇ ਦਾ ਰੁਝਾਨ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ। ਜੀ ਹਮੀਰ ਜੀ, ਕੇਂਦਰ ਦੇ ਵਿੱਚ ਭਾਜਪਾ ਬਹੁਮਤ ਦੇ ਵਿੱਚ ਕਾਬਜ਼ ਹੈ ਤੇ ਇਸ ਦੌਰਾਨ ਵਿਰੋਧੀ ਧਿਰ ਨੂੰ ਕਿਸ ਤਰ੍ਹਾਂ ਜਿਹੜੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ? ਇੱਕ ਤਾਂ ਜਿਹੜਾ ਈਵਨ ਰਾਜ ਸਭਾ 'ਚ ਤਾਂ ਅਜੇ ਵੀ ਭਾਜਪਾ ਨਹੀਂ ਹੈ ਡੋਮੀਨੇਟ ਕਰਦੀ, ਕਿਉਂਕਿ ਭਾਜਪਾ ਨਾਲੋਂ ਪਿਛਲੇ ਦਿਨਾਂ ਦੇ ਵਿੱਚ ਕੁਝ ਗਰੁੱਪ ਟੁੱਟੇ ਹੀ ਨੇ। ਜਿਵੇਂ ਅਕਾਲੀ ਦਲ ਪਹਿਲਾਂ ਨਾਲ ਸੀ, ਉਹਦੇ ਐਮਪੀ ਵੀ ਅੱਜ ਕੱਲ੍ਹ ਉਹਦੇ ਖਿਲਾਫ ਹੋਏ ਨੇ, ਭਾਜਪਾ ਨਾਲ ਨਹੀਂ। ਈਵਨ ਰਾਸ਼ਟਰੀ ਜਨਤਾ ਦਲ ਜਿਹੜਾ ਰਾਸ਼ਟਰੀ ਜਨਤਾ ਦਲ ਜੂ ਜਿਹੜਾ ਨਤੀਸ਼ ਕੁਮਾਰ ਵਾਲਾ, ਕੁਝ ਮੁੱਦਿਆਂ ਤੇ ਪੈਗਾਸਸ ਤੇ ਬਿਜਲੀ ਬਿੱਲ ਜਿਹੜੇ ਖੇਤੀ ਬਿੱਲ ਨੇ ਇਹਨਾਂ ਤੇ ਉਹਦੀ ਵੀ ਟੋਨ ਅਲੱਗ ਹੈ, ਸ਼ਾਇਦ ਉਸ ਲੈਵਲ ਦਾ ਸਪੋਰਟ ਨਾ ਕਰ ਸਕਣ ਮਤਲਬ ਰਾਜ ਸਭਾ 'ਚ ਤਾਂ। ਔਰ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨੇ ਪਰਸੋਂ ਬੜਾ ਕਲੀਅਰ ਕਿਹਾ ਕਿ ਜਿਹੜੇ ਬੀਜੇਪੀ ਦੇ ਐਮਪੀ ਹਾਜ਼ਰ ਨਹੀਂ ਰਹੇ ਉਹਨਾਂ ਨੂੰ ਕਾਲ ਕਰੋ ਤੇ ਉਹਨਾਂ ਖਿਲਾਫ ਕਾਰਵਾਈ ਕਰਨ ਦਾ ਇੱਕ ਸੰਕੇਤ ਜਿਹੜਾ ਉਹ ਦਿੱਤਾ ਗਿਆ। ਇਹਦਾ ਮਤਲਬ ਇਹ ਹੈ ਕਿ ਬੀਜੇਪੀ ਨੂੰ ਅੰਦਰੋਂ ਘਬਰਾਹਟ ਤਾਂ ਉਸ ਲੈਵਲ ਦੀ ਸੀਗੀ ਰਾਜ ਸਭਾ ਦੇ ਉਸ ਚੱਕਰ ਕਰਕੇ, ਔਰ ਆਪੋਜੀਸ਼ਨ ਦੀ ਏਕਤਾ ਕਰਕੇ ਉਹਨਾਂ ਨੂੰ ਪ੍ਰੋਬਲਮ ਜ਼ਿਆਦਾ ਆਈ। ਨਹੀਂ ਤਾਂ ਇਦੋਂ ਪਹਿਲਾਂ ਉਹਨਾਂ ਨੇ ਤੋੜ ਕੇ ਸਾਰਾ ਕੁਝ ਕਰਕੇ ਰਾਜ ਸਭਾ ਤੋਂ ਹੀ ਪਾਸ ਕਰਾਉਂਦੇ ਰਹੇ ਨੇ। ਪਰ ਹੁਣ ਜਿਹੜੀ ਆਪੋਜੀਸ਼ਨ ਹੈ, ਆਪੋਜੀਸ਼ਨ ਇਕੱਠੀ ਹੋ ਰਹੀ ਹੈ, ਪ੍ਰੈਸ਼ਰ ਵੀ ਹੈ, ਬਾਹਰਲਾ ਪ੍ਰੈਸ਼ਰ ਵੀ ਹੈ ਤੇ ਸਰਕਾਰ ਨਾਲ ਲੜਨ ਦਾ ਵੀ। ਪਰ ਸਭ ਤੋਂ ਬੜਾ ਜਿਹੜੀ ਚੁਣੌਤੀ ਆਪੋਜੀਸ਼ਨ ਦੇ ਸਾਹਮਣੇ ਹੈ ਉਹ ਹੈ ਵੱਖ-ਵੱਖ ਤਰ੍ਹਾਂ ਦੀ ਬੈਕਗਰਾਊਂਡ। ਕਿਸੇ ਸੂਬੇ 'ਚ ਕੋਈ ਧਿਰ ਕਿਸੇ ਨਾਲ ਲੜ ਰਹੀ ਹੈ, ਕੋਈ ਜਿਵੇਂ ਪੱਛਮੀ ਬੰਗਾਲ ਹੈ, ਪੱਛਮੀ ਬੰਗਾਲ 'ਚ ਕਾਂਗਰਸ ਤ੍ਰਿਣਮੂਲ ਕਾਂਗਰਸ ਨਾਲ ਲੜੀ, ਕਾਮਰੇਡ ਤ੍ਰਿਣਮੂਲ ਕਾਂਗਰਸ ਦੇ ਨਾਲ ਲੜੇ ਉਸ ਲੈਵਲ ਦੇ ਉੱਤੇ। ਐਵੇਂ ਹੀ ਕੇਰਲਾ ਦੇ ਵਿੱਚ ਹੈ, ਕੇਰਲਾ ਦੇ ਵਿੱਚ ਤਾਂ ਲੜਦੇ ਕਾਂਗਰਸ ਵਰਸਜ ਲੜਾਈ ਉਹ ਲੈਫਟ ਫਰੰਟ ਹੈ, ਮਤਲਬ ਉਸ ਲੈਵਲ 'ਤੇ ਹੈ। ਕਈ ਇਹੋ ਜਿਹੀਆਂ ਚੁਣੌਤੀਆਂ ਨੇ ਬੈਕਗਰਾਊਂਡ ਦੀਆਂ ਨੇ। ਦੂਜੀ ਚੁਣੌਤੀ ਇਹ ਹੈ ਕਿ ਲੀਡਰਸ਼ਿਪ ਐਮਰਜੈਂਸ ਦੀ ਹੈ ਕਿ ਕੌਣ ਲੀਡਰ ਬਣਦਾ। ਸਭ ਤੋਂ ਬੜਾ ਸਵਾਲ ਅਸਲ ਦੇ ਵਿੱਚ ਇਹ ਹੈ ਜੇ ਆਪੋਜੀਸ਼ਨ ਨੇ ਇਕੱਠੇ ਹੋਣ ਦਾ, ਉਹ ਇੱਕ ਕਾਮਨ ਮਿਨੀਮਮ ਏਜੰਡਾ। ਕੀ ਆਪੋਜੀਸ਼ਨ ਅੱਗੇ ਫਰਦਰ ਬੀਜੇਪੀ ਦੇ ਮੁਕਾਬਲੇ ਕੋਈ ਮਿਨੀਮਮ ਏਜੰਡੇ 'ਤੇ ਸਹਿਮਤੀ ਹੋ ਕੇ ਉਸ ਏਜੰਡੇ ਨੂੰ ਪੁਸ਼ ਕਰੇਗੀ ਜਾਂ ਕੇਵਲ ਇੱਕ ਦੋ ਜਿਹੜੇ ਤੁਰੰਤ ਦੀਆਂ ਗੱਲਾਂ ਨੇ ਇਹਨਾਂ 'ਤੇ ਹੀ ਕਰੇਗੀ। ਜੇ ਤਾਂ ਉਹ ਕਾਮਨ ਮਿਨੀਮਮ ਏਜੰਡੇ 'ਤੇ ਕਰਦੀ ਹੈ ਫਿਰ ਤਾਂ ਉਹ ਅਲਟੀਮੇਟ ਬਾਕੀ ਚੋਣਾਂ ਤੱਕ ਵੀ ਉਸਾਰ ਹੁੰਦਾ। ਜਿਵੇਂ ਇਹ ਤੋਂ ਪਹਿਲਾਂ ਯੂਪੀਏ 1 ਦੀ ਸਰਕਾਰ ਸੀ, ਯੂਪੀਏ 2 ਦੇ ਵਿੱਚ ਵੀ ਮਤਲਬ ਯੂਪੀਏ 1 'ਚ ਤਾਂ ਖਾਸ ਤੌਰ 'ਤੇ ਲੈਫਟ ਵੀ ਸੀ, ਬਾਕੀ ਜਿਹੜੀ ਸਰਕਾਰ ਵੀ ਬਣੀ ਸੀ ਉਹ ਟੋਟਲੀ ਇੱਕ ਕਾਮਨ ਮਿਨੀਮਮ ਏਜੰਡੇ ਦੇ ਰੂਪ ਦੇ ਵਿੱਚ ਬਣੀ। ਔਰ ਉਹ ਕਾਮਨ ਮਿਨੀਮਮ ਏਜੰਡੇ 'ਚ ਬੜਾ ਕਲੀਅਰ ਸੀ ਕਿ ਕੁਝ ਗੱਲਾਂ ਲੋਕਾਂ ਦੀਆਂ ਵੀ ਆਈਆਂ ਉਹਦੇ ਪਹਿਲੀ ਦੇ ਦੌਰਾਨ ਹੀ। ਇਸੇ ਕਰਕੇ ਮਨਰੇਗਾ ਆ ਗਈ, ਇਸੇ ਕਰਕੇ ਆਰਟੀਆਈ ਆ ਗਈ, ਇਸੇ ਕਰਕੇ ਰਾਈਟ ਟੂ ਫੂਡ ਆ ਗਿਆ, ਇਸੇ ਕਰਕੇ ਜਿਹੜੀਆਂ ਕੁਝ ਗੱਲਾਂ ਦੂਜੀਆਂ ਸੀ ਜਿਹੜੀਆਂ ਥੋੜ੍ਹੇ ਪ੍ਰੋ ਪੀਪਲ ਦੀ ਗੱਲ ਆਪਾਂ ਕਰਦੇ ਹਾਂ ਉਹ ਆਈਆਂ, ਕਿਉਂਕਿ ਸਭ ਦੇ ਵਿਚਾਰ ਵਿੱਚ ਸੀ, ਇਕੱਲੇ ਇੱਕ ਧਿਰ ਦੇ ਨਹੀਂ ਸੀ। ਇਹੀ ਆਪੋਜੀਸ਼ਨ ਸਾਹਮਣੇ ਬੜਾ ਉਹਦਾ ਮਜ਼ਬੂਤ ਪੁਆਇੰਟ ਵੀ ਹੋਏਗਾ ਤੇ ਇਹੀ ਸਭ ਤੋਂ ਵੀਕ ਪੁਆਇੰਟ ਵੀ ਹੋਏਗਾ ਕਿ ਕੀ ਉਹ ਇਹਨਾਂ 'ਤੇ ਸਹਿਮਤ ਹੁੰਦੇ ਨੇ, ਕਿਹੜੇ ਏਜੰਡੇ 'ਤੇ ਸਹਿਮਤ ਹੁੰਦੇ ਨੇ।
ਕਿ ਫੈਡਰਲਿਜ਼ਮ ਦੇ ਏਜੰਡਾ ਜਿਹੜਾ ਮਮਤਾ ਉਠਾ ਰਹੀ ਹੈ, ਜਿਸ ਕਿਸਮ ਨਾਲ ਲੜ ਰਹੀ ਹੈ, ਔਰ ਈਵਨ ਬਾਕੀ ਦੇ ਲੋਕ ਵੀ ਕਿੰਨੇ ਹੀ ਲੋਕ ਉਸ 'ਤੇ ਆ ਰਹੇ ਨੇ, ਕਿ ਇਹ ਸਾਰੇ ਸਮੇਤ ਕਾਂਗਰਸ ਇਸ ਏਜੰਡੇ 'ਤੇ ਸਹਿਮਤ ਹੋ ਸਕਣਗੇ। ਔਰ ਦੂਜੀ ਗੱਲ ਇਹ ਹੈ ਕਿ ਇਸੇ ਤਰੀਕੇ ਦੇ ਨਾਲ ਜਿਹੜੇ ਸਿਹਤ ਨੂੰ ਫੰਡਾਮੈਂਟਲ ਰਾਈਟ ਬਣਾਉਣ ਦਾ ਸਵਾਲ ਹੈ, ਖਾਸ ਤੌਰ 'ਤੇ ਕੋਵਿਡ ਤੋਂ ਬਾਅਦ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਨੇ, ਉਹਦੇ 'ਤੇ ਸਹਿਮਤੀ। ਇੱਕੋ ਜਿਹੇ ਸਕੂਲਾਂ ਦੇ ਸਵਾਲ 'ਤੇ ਕਿ ਐਜੂਕੇਸ਼ਨ ਕਿਵੇਂ ਬਿਹਤਰ ਕੀਤੀ ਜਾਏ, ਨਵੀਂ ਪਾਲਿਸੀ ਦੇ ਕਾਊਂਟਰ ਕੀਤਾ ਜਾਏ, ਉਹਦੇ 'ਤੇ ਸਹਿਮਤੀ। ਰੁਜ਼ਗਾਰ ਦਾ ਜਿਹੜਾ ਸਭ ਤੋਂ ਬੜਾ ਸੰਕਟ ਹੈ ਸਾਡੇ ਸਾਹਮਣੇ, ਉਹਦੇ 'ਤੇ ਕੀ ਆ ਜਿਹੜੀਆਂ ਸਰਕਾਰ ਮਿਸਯੂਜ਼ ਕਰ ਰਹੀ ਹੈ ਏਜੰਸੀਆਂ ਦੀ, ਚਾਹੇ ਈਡੀ ਦੀ, ਚਾਹੇ ਸੀਬੀਆਈ, ਚਾਹੇ ਉਹਨੂੰ ਕੋਈ ਕੰਟਰੋਲ ਕਰਨ ਦਾ ਸਵਾਲ। ਜੂਏ NIA ਵਗੈਰਾ ਦੇ ਰਾਹੀਂ ਖੁੱਲ੍ਹੀ ਛੁੱਟੀ ਦੇਣ ਦੀ ਜਿਹੜਾ ਚਰਚਾ ਹੈ, ਕਿ ਇਹਦੇ 'ਤੇ ਵੀ ਕੋਈ ਅਮੈਂਡਮੈਂਟ ਉਸ ਲੈਵਲ ਦੀ ਹੋਏਗੀ। ਕਿ ਪਾਕਿਸਤਾਨ ਨਾਲ ਜਾਂ ਗੁਆਂਢੀਆਂ ਨਾਲ ਚੰਗੇ ਸੰਬੰਧਾਂ ਦਾ ਜਿਹੜਾ ਸਵਾਲ ਦਾ, ਇਹਦੇ 'ਤੇ ਵੀ ਹੋਏਗੀ। ਮਤਲਬ ਕਿਹੜੇ ਬੁਨਿਆਦੀ ਮੁੱਦੇ ਹੋਣਗੇ ਜਿਹੜੇ ਮੁੱਦਿਆਂ 'ਤੇ ਆਪੋਜੀਸ਼ਨ ਲੋਕਾਂ ਨੂੰ, ਦੇਸ਼ਦਿਆਂ ਨੂੰ ਇਹ ਦੱਸੇਗੀ ਕਿ ਸਰਕਾਰ ਦੇ ਮੁਕਾਬਲੇ ਜਦੋਂ ਅਸੀਂ ਆਵਾਂਗੇ ਤਾਂ ਸਾਡੇ ਕੋਲ ਆਹ ਚੀਜ਼ਾਂ ਹੋਣਗੀਆਂ। ਤੇ ਨਹੀਂ ਤਾਂ ਫਿਰ ਇਹ ਵੀ ਤੁਸੀਂ ਸਰਕਾਰ ਹਟਾ ਦੋਗੇ, ਜੇ ਤੁਸੀਂ ਵੀ ਉਹੀ ਕੰਮ ਕਰੋਗੇ ਫਿਰ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ ਉਸ ਪੱਧਰ ਦੇ ਉੱਤੇ ਹੋਣ ਦਾ। ਡੈਮੋਕ੍ਰੇਸੀ ਦੇ ਵਿੱਚ ਜਦੋਂ ਤੁਸੀਂ ਕਹਿੰਦੇ ਹੋ ਤਾਨਾਸ਼ਾਹੀ ਹੈ, ਜਦੋਂ ਤੁਸੀਂ ਕਹਿੰਦੇ ਹੋ ਇਹ ਗਲਤ ਗੱਲ ਹੋ ਰਹੀ ਹੈ, ਤੁਸੀਂ ਕਹਿ ਰਹੇ ਹੋ ਕਿ ਉਹ ਹਿੰਦੂਤਵ ਦੀ ਪੋਲੀਟਿਕਸ ਕਰਦੀ ਹੈ, ਉਹਦੇ ਮੁਕਾਬਲੇ ਇੱਕ ਸੈਕੂਲਰ ਪੋਲੀਟਿਕਸ 'ਤੇ ਤੁਸੀਂ ਸਾਰੇ ਇਕੱਠੇ ਹੋ ਸਕੋਗੇ। ਔਰ ਇਕੱਠੇ ਹੋ ਸਕੋਗੇ ਤਾਂ ਕਿਸ ਤਰੀਕੇ ਨਾਲ ਮਿਲ ਕੇ ਫਿਰ ਸੀਟਾਂ ਦੀ ਐਡਜਸਟਮੈਂਟ, ਜੇ ਉਹ ਤੋਂ ਬਾਅਦ ਦੀ ਹੈ, ਪਹਿਲਾਂ ਇੱਕ ਸੜਕ ਦੀ ਮੂਵਮੈਂਟ ਦਾ ਸਵਾਲ ਹੈ। ਔਰ ਜੇ ਤਾਂ ਉਹ ਕਾਮਨ ਮਿਨੀਮਮ ਏਜੰਡੇ 'ਤੇ ਇਸ ਤਰੀਕੇ ਨਾਲ ਇਕੱਠੇ ਹੋਣਗੇ ਫਿਰ ਤਾਂ ਕੋਈ ਫਾਇਦਾ ਵੀ ਹੋਏਗਾ, ਔਰ ਇੱਕ ਚੈਲੰਜ ਵੀ ਵੱਡਾ ਦਿੱਤਾ ਜਾ ਸਕਦਾ ਹੈ, ਜਿਹੜੀ ਸੱਤਾਧਾਰੀ ਧਿਰ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਇਹ ਅਜੇ ਅੰਡਰ ਪ੍ਰੋਸੈਸ ਹੈ। ਇਹੀ ਸਭ ਤੋਂ ਬੜੀ ਔਕੜ ਵੀ ਹੈ ਉਹਨਾਂ ਦੇ ਸਾਹਮਣੇ, ਅਤੇ ਇਹੀ ਉਹਦੇ ਜੇ ਔਕੜ ਸਰ ਕਰ ਲਈ ਤਾਂ ਅੱਗੇ ਪਲਾਨਿੰਗ ਵੀ ਹੋ ਜਾਏਗੀ। ਲੀਡਰਸ਼ਿਪ ਤਾਂ ਕੋਈ ਇੱਕ ਲੀਡਰ ਨਹੀਂ ਹੋਏਗਾ, ਤਾਂ ਸਾਂਝੀ ਲੀਡਰਸ਼ਿਪ ਦੇ ਤੌਰ 'ਤੇ ਕੋਈ ਪ੍ਰੈਜ਼ੀਡੀਅਮ, ਕੋਈ ਵੀ ਤਰੀਕਾ ਨਿਕਲ ਸਕਦਾ। ਏਜੰਡਾ ਸਭ ਤੋਂ ਮਹੱਤਵਪੂਰਨ ਚੀਜ਼ ਹੈ ਦੇਸ਼ ਦੇ ਵਿੱਚ। ਔਰ ਕਾਰਪੋਰੇਟ ਦਾ ਜਿਹੜਾ ਏਜੰਡਾ ਹੈ, ਜਿਹਦੇ 'ਤੇ ਮੋਦੀ ਚੱਲ ਰਿਹਾ ਹੈ, ਜਿਹਦੇ 'ਤੇ ਪੂਰਾ ਕਿਸਾਨੀ ਸੰਘਰਸ਼ ਦਾ ਫੋਕਸ ਹੈ, ਇੱਕ ਫੈਡਰਲਿਜ਼ਮ ਤੇ ਇੱਕ ਕਾਰਪੋਰੇਟ ਦੇ ਖਿਲਾਫ, ਕਿ ਕਾਰਪੋਰੇਟ ਵਿਕਾਸ ਦੇ ਮਾਡਲ ਨੂੰ ਚੁਣੌਤੀ ਦੇਣ ਦੇ ਲਈ ਵੀ ਆਪੋਜੀਸ਼ਨ ਕੋਈ ਪ੍ਰੋਗਰਾਮ ਤੈਅ ਕਰ ਸਕਦੀ ਹੈ, ਤਾਂ ਕਿ ਬਾਕੀ ਲੋਕਾਂ ਦੇ ਫਾਇਦੇ 'ਚ ਕਿਵੇਂ ਹੋਵੇ, ਤਾਂ ਕਿ ਬੀਜੇਪੀ ਨੂੰ ਅੱਗੇ ਖੜਾ। ਜਦੋਂ ਰਾਹੁਲ ਗਾਂਧੀ ਇਹ ਕਹਿ ਰਿਹਾ ਕਿ ਆਪਣੇ 2-4 ਦੋਸਤਾਂ ਕੋਲ ਦੇਸ਼ ਨੂੰ ਵੇਚਣ ਜਾ ਰਹੇ ਨੇ ਮੋਦੀ, ਤਾਂ ਤੁਸੀਂ ਕੀ ਕਰੋਗੇ ਫਿਰ? 2-4 ਨੂੰ ਕੱਢ ਦਿਓਗੇ ਮੰਨ ਲਓ, ਜਾਂ ਬਾਕੀ ਨੂੰ ਰਲਾ ਕੇ ਬਾਕੀ ਕਾਰਪੋਰੇਟ ਨਾਲ ਤੁਹਾਡਾ ਕੀ ਨਾਤਾ ਹੋਏਗਾ, ਕਿਸ ਤਰੀਕੇ ਦੀ ਰਾਜਨੀਤੀ ਹੋਏਗੀ? ਇਹ ਸਵਾਲ ਤਾਂ ਸਾਰਿਆਂ ਦੇ ਸਾਹਮਣੇ ਹੀ ਹੈਗੇ ਨੇ। ਉਹਦੇ 'ਤੇ ਕਲੈਰਿਟੀ ਵੀ ਲਿਆਉਣੀ ਪਏਗੀ। ਜੇ ਉਹਦੇ 'ਤੇ ਕਲੈਰਿਟੀ ਆਉਂਦੀ ਹੈ ਤਾਂ ਆਪੋਜੀਸ਼ਨ ਦਾ ਇੱਕ ਬੜਾ ਵੱਡਾ ਰੋਲ ਜਿਹੜਾ ਹੋ ਸਕਦਾ ਹੈ, ਔਰ ਗੌਰਮੈਂਟ ਨੂੰ ਦੁਬਾਰਾ ਸੋਚਣ ਲਈ ਮਜਬੂਰ ਹੋਣਾ ਪੈ ਸਕਦਾ। ਜਿਹੜੇ ਜਿਵੇਂ ਉਹ ਬੇਲਗਾਮ ਤਰੀਕੇ ਨਾਲ ਫੈਸਲੇ ਕਰਦੀ ਸੀ, ਤਾਂ ਉੱਤੇ ਚੈੱਕ ਲੱਗ ਸਕਦਾ। ਜੀ ਹਮੀਰ ਜੀ, ਇਹ ਤਾਂ ਸੀ ਕਿ ਵਿਰੋਧੀ ਧਿਰ ਨੇ ਕਿਵੇਂ ਅੱਜ ਸਰਕਾਰ ਨੂੰ ਘੇਰਿਆ, ਪਰ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ, ਅੱਜ ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਦੇ ਜਿਹੜੇ ਅੱਜ ਬਰਸੀ ਵੱਖ-ਵੱਖ ਥਾਵਾਂ 'ਤੇ ਮਨਾਈ ਗਈ ਹੈ, ਜਿੱਥੇ ਕਿ ਕਿਸਾਨ ਆਗੂ ਪਹੁੰਚੇ ਨੇ, ਸਮਾਜਿਕ ਆਗੂ ਪਹੁੰਚੇ ਨੇ। ਅਸੀਂ ਜਾਣਨਾ ਚਾਹਾਂਗੇ ਬਰਸੀ ਦੇ ਸਮਾਗਮ ਕਿਹੋ ਜਿਹੇ ਰਹੇ, ਉੱਥੇ ਕੀ ਗੱਲਬਾਤ? 24 ਸਾਲ ਹੋ ਗਏ, 1997 ਦੀ ਗੱਲ ਹੈ, ਜਦੋਂ ਕਿਰਨਜੀਤ ਇੱਕ ਮਹਿਲ ਕਲਾਂ ਦੀ ਬੱਚੀ +2 'ਚ ਪੜ੍ਹਦੀ ਆਪਣੇ ਸਾਈਕਲ 'ਤੇ ਜਾ ਰਹੀ ਸੀ ਪੜ੍ਹਨ ਲਈ, ਤਾਂ ਕੁਝ ਇਹੋ ਜਿਹੇ ਬੰਦਿਆਂ ਨੇ ਰਲ ਕੇ, ਜਿਹੜੇ ਗੁੰਡੇ ਰਸੂਖ ਵਾਲੇ ਬੰਦਿਆਂ ਦੇ ਮੁੰਡੇ ਸੀਗੇ ਜਿਵੇਂ ਆਪ ਕਰਦੇ ਨੇ, ਅਤੇ ਉਹਦਾ ਅਗਵਾ ਕੀਤਾ, ਜਬਰ ਜਨਾਹ ਕੀਤਾ ਅਤੇ ਮੌਤ ਮਾਰ ਦਿੱਤੀ ਗਈ। ਅਤੇ ਉਦੋਂ ਬਾਅਦ ਇੱਕ ਇਲਾਕੇ ਦੇ ਵਿੱਚ ਐਕਸ਼ਨ ਕਮੇਟੀ ਬਣਦੀ ਹੈ ਕਿ ਜਿਹੜੀਆਂ ਇੱਜ਼ਤਾਂ ਦਾ ਸਵਾਲ ਹੈ, ਜਾਂ ਜਿਹੜੀਆਂ ਔਰਤ ਦੀ ਸੁਰੱਖਿਆ ਦਾ ਸਵਾਲ ਹੈ, ਇਹ ਸਟੇਟਾਂ ਐ ਨਹੀਂ ਕਰਨਗੀਆਂ, ਕਿਉਂਕਿ ਪੁਲਿਸ ਨਹੀਂ ਕਹਿੰਦੀ ਸੀ। ਪੁਲਿਸ ਨੇ ਬਲਕਿ ਬਦਤਮੀਜ਼ੀ ਨਾਲ ਗੱਲ ਕੀਤੀ। ਜਦੋਂ ਉਹਦੇ ਫਾਦਰ ਮਾਸਟਰ ਦਰਸ਼ਨ ਸਿੰਘ, ਉਹ ਵੀ ਟੀਚਰ ਸੀਗੇ, ਗਏ ਰਿਪੋਰਟ ਲਿਖਾਉਣ ਵੀ ਗਏ, ਤਾਂ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਨੇ। ਆਮ ਆਪਣੇ ਥਾਣਿਆਂ 'ਚ ਵੀ ਇਹੀ ਹਾਲ ਹੈ ਅੱਜ ਕੱਲ੍ਹ। ਪਹਿਲਾ ਸਵਾਲ ਇਹ ਹੁੰਦਾ, ਡੀਕ ਲੋ, ਭੱਜ ਗਈ ਹੋਊ ਕਿਸੇ ਨਾਲ, ਫਲਾਨਾ ਹੋ ਗਿਆ ਹੋਊਗਾ, ਅਤੇ ਮਤਲਬ ਉਹਨੂੰ ਸੱਟ ਮਾਰਦੇ ਨੇ ਸਗੋਂ ਇਸ ਲੈਵਲ। ਪਰ ਉਹ ਐਕਸ਼ਨ ਕਮੇਟੀ ਬਣੀ, ਜਨਤਕ ਜਥੇਬੰਦੀਆਂ, ਟਰੇਡ ਯੂਨੀਅਨਾਂ ਦੇ ਆਗੂਆਂ ਦੀ ਅਗਵਾਈ ਦੇ ਵਿੱਚ। ਉਹਦੇ ਦਬਾਅ ਸਦਕਾ ਉਹ ਬੱਚੀ ਦੀ ਬਾਡੀ ਕੱਢੀ ਗਈ, ਦਬਕਤੀ ਸੀ ਜਿੱਥੇ ਲਿਜਾ ਕੇ। ਉਦੋਂ ਬਾਅਦ ਇਹ, ਇਸ ਲਈ 12 ਅਗਸਤ, ਹਾਲਾਂਕਿ ਜੁਲਾਈ ਦੀ ਘਟਨਾ ਸੀ, ਇਹ 12 ਅਗਸਤ ਨੂੰ ਬਰਸੀ ਉਹਦੀ ਮਨਾਈ ਜਾਂਦੀ ਹੈ ਉਸ ਦਿਨ ਦੇ ਹਿਸਾਬ ਦੇ ਨਾਲ। ਅਤੇ ਇਹ ਮੂਵਮੈਂਟ ਐਡੀ ਵੱਡੀ ਬਣ ਗਈ ਸੀ। ਖਾੜਕੂਵਾਦ ਦੇ ਦੌਰ 'ਚ, ਮਿਲੀਟੈਂਸੀ ਦੇ ਦੌਰ ਤੋਂ ਬਾਅਦ ਜੀ ਇਹ ਮੈਨੂੰ ਲੱਗਦਾ ਪੰਜਾਬ ਦੀ ਸਭ ਤੋਂ ਵੱਡੀ ਜਨਤਕ ਮੂਵਮੈਂਟ ਦੇ ਰੂਪ ਦੇ ਵਿੱਚ ਉੱਭਰੀ। ਜੀ ਹੋਰ ਜੇ ਕੋਈ ਜਨਤਕ ਮੂਵਮੈਂਟ ਆਈ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ, ਤਾਂ ਇਹ ਸ਼ਹੀਦ ਕਿਰਨਜੀਤ ਕਾਂਡ ਦੇ ਮਾਮਲੇ ਸੀ। ਅਤੇ ਇਸ ਮੂਵਮੈਂਟ 'ਚ ਬਹੁਤ ਵੱਡੇ ਪੱਧਰ 'ਤੇ ਔਰਤਾਂ ਦੀ ਅਤੇ ਬਾਕੀ ਦੀ ਸ਼ਮੂਲੀਅਤ। ਉਦੋਂ ਅਕਾਲੀ ਸਰਕਾਰ ਆ ਗਈ ਸੀ, ਅਕਾਲੀ ਸਰਕਾਰ ਦਾ ਦੌਰ ਸੀ। ਸੇਮ ਉਹਨਾਂ ਦਿਨਾਂ ਦੇ ਵਿੱਚ ਹੀ ਮਤਲਬ ਸੰਤ ਲੌਂਗੋਵਾਲ ਦੀ ਬਰਸੀ ਹੁੰਦੀ ਹੈ, ਜੀ ਅਤੇ ਬਰਸੀ ਦੇ ਵਿੱਚ
ਦੇ ਉੱਤੇ ਜਦੋਂ ਇੱਧਰ ਕਿਰਨਜੀਤ ਦਾ ਇਕੱਠ ਸੀਗਾ ਤਾਂ ਬਹੁਤ ਬੈਨਰ ਲੱਗੇ ਹੋਏ ਸੀ ਕਿ ਲੋਕ ਲੌਂਗੋਵਾਲ ਦੇ ਉੱਧਰ ਜਾਣੇ ਸੀ, ਪਾਰਟੀਆਂ ਟਰੱਕ ਭੇਜਦੀਆਂ ਸੀ ਕਈ ਵਾਰ ਬਹੁਤ ਜ਼ਿਆਦਾ ਨਾ ਵੀ ਆਪਾਂ ਇਕੱਠ ਕਰਨਾ ਹੈ ਜੀ। ਤੇ ਬੈਨਰਾਂ ਵਾਲੇ ਬਹੁਤ ਟਰੱਕ ਆ ਕੇ ਕਿਰਨਜੀਤ ਦੇ ਇਕੱਠ 'ਚ ਖੜੇ ਹੋਏ ਦਿਖਾਈ ਦਿੱਤੇ ਲੋਕਾਂ ਦੇ। ਉਹਨੇ ਚੀਫ ਮਿਨਿਸਟਰ ਨੂੰ ਮਜਬੂਰ ਕੀਤਾ ਕਿ ਉਹਨੇ ਦਿਨਾਂ ਬਾਅਦ ਚੀਫ ਮਿਨਿਸਟਰ ਕਿਰਨਜੀਤ ਦੇ ਘਰ ਜਾ ਕੇ ਕਹਿੰਦਾ ਕਿ ਉਹ ਮੇਰੀ ਬੱਚੀ ਸੀ ਜੀ। ਇਹ ਉਹ ਮੂਵਮੈਂਟ ਦਾ ਇੱਕ ਮਤਲਬ ਉਭਾਰ ਸੀ। ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਗਏ, ਕਿਹਾ ਕਿ ਮੇਰੀ ਬੇਟੀ ਸੀ, ਹਾਲਾਂਕਿ ਉਹਨੇ ਦਿਨ ਬੇਟੀ ਨਹੀਂ, ਪਰ ਉਹ ਤਾਕਤ ਜਿਹੜੀ ਇੱਕ ਹੁੰਦੀ ਆ ਲੋਕਾਂ ਦਾ ਉਭਾਰ, ਉਹਨੇ ਸਾਬਤ ਕੀਤਾ। ਬੰਦੇ ਫੜੇ ਗਏ, ਉਹਨਾਂ ਨੂੰ ਸਜ਼ਾਵਾਂ ਹੋਈਆਂ ਤੇ ਹਾਲਾਂਕਿ ਉਹ ਫਿਰ ਵੀ ਨਹੀਂ ਬੈਠੇ, ਫਿਰ ਵੀ ਕੁਝ ਜਿਹੜੇ ਇਲੈਕਸ਼ਨ ਕਮੇਟੀ ਦੇ ਆਗੂ ਸੀ ਉਹਨਾਂ ਤੇ ਵੀ ਪਰਚੇ ਦਰਜ ਕਰਾਏ। ਪਿਛਲੇ ਹੀ ਅਜੇ 2 ਸਾਲ ਪਹਿਲਾਂ ਹੀ ਤੋਂ ਹੀ ਇੱਕ ਲਗਾਤਾਰ ਚੱਲ ਰਹੀ ਮੁਹਿੰਮ ਸੀ, ਹੁਣ ਪਿਛਲੇ ਸਾਲ ਫਿਰ ਹੋਊਗੀ। ਮਨਜੀਤ ਧਨੇਰ ਨੂੰ ਜਿਹੜੀ ਸਜ਼ਾ ਹੋਈ ਸੀ ਉਹਦੇ ਖਿਲਾਫ ਵੀ ਇੱਕ ਵੱਡਾ ਮੋਰਚਾ ਸਾਰੀਆਂ ਕਿਸਾਨ ਜਥੇਬੰਦੀਆਂ ਨੇ, ਮਜ਼ਦੂਰਾਂ ਨੇ ਰਲ ਕੇ ਲਾਇਆ। ਤੇ ਅੱਜ ਦੇ ਕਿਸਾਨ ਮੋਰਚੇ ਨਾਲ ਉਹ ਅੰਦੋਲਨ ਤੇ ਇਹ ਅੰਦੋਲਨਾਂ ਦਾ ਸਵਾਲ ਹੈ, ਦੋਨੋਂ ਜੁੜ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਉਂਕਿ ਅੱਜ ਉਸ ਕਿਰਨਜੀਤ ਦੀ ਜਿਹੜੀ ਬਰਸੀ ਦੇ ਉੱਤੇ ਸਾਰੇ ਸੰਯੁਕਤ ਮੋਰਚੇ ਦੀ ਘੱਟੋ ਘੱਟ ਪੰਜਾਬ ਨਾਲ ਸੰਬੰਧਿਤ ਲੀਡਰਸ਼ਿਪ ਉੱਥੇ ਸਟੇਜ ਤੇ ਬਿਰਾਜਮਾਨ ਸੀ। ਬਲਬੀਰ ਸਿੰਘ ਰਾਜੇਵਾਲ ਵੀ ਸੀ, ਰੁਲਦੂ ਸਿੰਘ ਮਾਨਸਾ ਵੀ ਸੀ, ਤੇ ਆਪਣਾ ਰਜਿੰਦਰਦੀਪ ਸਿੰਘ ਵਾਲਾ ਵੀ ਸੀ, ਬੂਟਾ ਸਿੰਘ ਬੁਰਜ ਗਿੱਲ ਵੀ ਸੀ। ਹਾਲਾਂਕਿ ਉਹਨਾਂ ਦੀਆਂ ਜਥੇਬੰਦੀਆਂ ਪਹਿਲਾਂ ਵੀ ਉੱਥੇ ਕੰਮ ਕਰਦੀਆਂ ਸੀ। ਧਨੇਰ ਉਹਨਾਂ ਦੀ ਜਥੇਬੰਦੀ ਦੇ ਸੀ, ਉਸ ਐਕਸ਼ਨ ਕਮੇਟੀ ਦਾ ਸ਼ਾਮਲ ਸੀ, ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਸ ਦੇ ਵਿੱਚ ਸੀ। ਔਰ ਉੱਥੋਂ ਇਹ ਲੜਾਈ ਦੇ ਸੱਦਾ ਦਿੱਤਾ ਤੇ ਜਿਹੜੀਆਂ ਹਰੀਆਂ ਚੁੰਨੀਆਂ ਬੀਬੀਆਂ ਦੇ ਸੀ ਲਈਆਂ ਹੋਈਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਬੈਠੀਆਂ ਸੀ, ਉਹ ਇੱਕ ਪ੍ਰਤੀਕ ਸੀ। ਇਦੋਂ ਪਹਿਲਾਂ ਵੀ ਮੈਂ ਦੇਖਿਆ ਕਿ ਜਦੋਂ ਉੱਥੇ ਸੰਘਰਸ਼ 'ਚ ਵੀ ਬੈਠੀਆਂ ਬੀਬੀਆਂ ਨਾਲ ਮੈਂ ਖੁਦ ਵੀ ਇੰਟਰਵਿਊ ਕੀਤੀ ਮਹਿਲ ਖੁਰਦਾਣੀਆਂ ਨਾਲ, ਉਹ ਕਿਰਨਜੀਤ ਵਾਲੀ 'ਚੋਂ ਜਾਣ ਲੱਗੀਆਂ ਸੀ। ਹੁਣ ਉਹ ਬਜ਼ੁਰਗ ਨੇ, ਇੰਨੇ ਸਾਲ ਹੋ ਗਏ ਸੀ, ਤੇ ਉਹ ਕਹਿੰਦੇ ਪਹਿਲੇ ਸੰਘਰਸ਼ ਉਹਨਾਂ 'ਚ ਅਸੀਂ ਜਾਣ ਲੱਗੀਆਂ ਸੀ ਸਾਹਮਣੇ, ਤੇ ਉਹ ਫਿਰ ਉਦੋਂ ਬਾਅਦ ਲਗਾਤਾਰ ਜਾਂਦੀਆਂ ਰਹੀਆਂ, ਤੇ ਹੁਣ ਉਹ 8 ਮਹੀਨੇ ਤੋਂ ਉੱਥੇ ਹੀ ਮਤਲਬ ਡੇਰਾ ਲਾ ਕੇ ਬੈਠੀਆਂ ਨੇ। ਇਹ ਉਹਦੀ ਕੁਰਬਾਨੀ ਦਾ ਤੇ ਕੁਰਬਾਨੀ ਦੇ ਉੱਤੇ ਪੈਦਾ ਹੋਈ ਮੂਵਮੈਂਟ ਦਾ ਅਸਰ ਸੀ ਕਿ ਬੀਬੀਆਂ ਦੀ ਤਾਦਾਦ ਮੋਰਚਿਆਂ ਦੇ ਵਿੱਚ ਆਉਣੀ ਸ਼ੁਰੂ ਹੋਈ, ਪਹਿਲਾਂ ਘੱਟ, ਫਿਰ ਹੁਣ ਇਸ ਲੈਵਲ 'ਤੇ ਵੱਧ, ਜਿਹੜੀ ਇਸ ਲੈਵਲ 'ਤੇ ਆਉਂਦੀ ਹੈ। ਇਹ ਮਤਲਬ ਬਹੁਤ ਵੱਡੀਆਂ ਚੀਜ਼ਾਂ ਹੁੰਦੀਆਂ ਨੇ। ਕਿਰਨਜੀਤ ਇੱਕ ਸਿੰਬਲ ਆਫ ਰੈਜ਼ਿਸਟੈਂਸ ਦੇ ਤੌਰ 'ਤੇ ਜਾਣੀ ਜਾਣ ਲੱਗ ਗਈ ਹੈ। ਵਿਰੋਧ ਦਾ ਇੱਕ ਸਿੰਬਲ ਬਣ ਜਾਂਦਾ ਹੈ ਕਿ ਤੁਸੀਂ ਮਰ ਕੇ ਵੀ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਆਪਣਾ ਰੋਲ ਨਿਭਾ ਜਾਂਦੇ ਹੋ। ਇਸ ਕਰਕੇ ਹਰ ਸਾਲ ਇਹੋ ਜਿਹੇ ਸਿੰਬਲ ਜਿਹਨੂੰ, ਇਹੋ ਜਿਹੇ ਸੰਕੇਤਾਂ ਨੂੰ ਯਾਦ ਕਰਨਾ, ਲੋਕਾਂ ਦਾ ਇਕੱਠੇ ਹੋਣਾ, ਲੋਕਾਂ ਦੇ ਇੱਕ ਜਜ਼ਬਾ ਭਰਿਆ ਰਹਿਣਾ ਬਾਰ-ਬਾਰ, ਇਹ ਸਾਰਥਕ ਇੱਕ ਪਹਿਲ ਕਦਮੀ ਹੁੰਦੀ ਹੈ। ਔਰ ਅੱਜ ਕਿਰਨਜੀਤ ਨੂੰ ਸ਼ਰਧਾਂਜਲੀ ਦਾ ਵੀ ਸਵਾਲ ਹੈ, ਔਰ ਬਾਕੀ ਲੋਕਾਂ ਨੂੰ ਜਿਨ੍ਹਾਂ ਨੇ ਉਸ ਜੱਦੋ-ਜਹਿਦ ਦੇ ਵਿੱਚ ਹਿੱਸਾ ਲਿਆ ਤੇ ਅੱਜ ਵੀ ਜੱਦੋ-ਜਹਿਦ ਦਾ ਰਸਤਾ ਅਪਣਾਇਆ ਹੋਇਆ, ਤੇ ਉਹਨਾਂ ਨੂੰ ਸਲਾਮ ਦਾ ਵੀ ਦਿੰਦਾ ਜੀ। ਹਮੀਰ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਕਿਰਨਜੀਤ ਨੂੰ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਇੱਕ ਵੱਡੀ ਮੂਵਮੈਂਟ ਚੱਲੀ ਸੀ, ਜਿਸ 'ਚ ਔਰਤਾਂ ਦੀ ਗਿਣਤੀ ਬਹੁਤ ਵੱਡੇ ਪੱਧਰ ਤੇ ਰਹੀ ਹੈ, ਤੇ ਹੁਣ ਜੇਕਰ ਦੇਖੀਏ ਤਾਂ ਕਿਸਾਨ ਅੰਦੋਲਨ ਦੇ ਵਿੱਚ ਵੀ ਔਰਤਾਂ ਦੀ ਭੂਮਿਕਾ ਨੂੰ ਭੁਲਾਇਆ ਨਹੀਂ ਜਾ ਸਕਦਾ। ਜਿਹੜੀ ਔਰਤਾਂ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਨੇ, ਵੀ ਕਿ ਅੰਦੋਲਨਾਂ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਹਾਂ, ਬਿਲਕੁਲ। ਪਹਿਲਾਂ ਤੋਂ ਹੀ ਮਤਲਬ ਅੰਦੋਲਨਾਂ ਦੇ ਵਿੱਚ ਔਰਤਾਂ ਦੀ ਭੂਮਿਕਾ ਦਾ ਹੋਣਾ ਇਹ ਸਾਬਤ ਕਰਦਾ ਹੁੰਦਾ ਹੈ ਕਿ ਇੱਕ ਤਾਂ ਤੁਸੀਂ ਸਮਾਜ ਦੀ ਅੱਧੀ ਆਬਾਦੀ ਨੂੰ ਵੀ ਨਾਲ ਜਾਗਰੂਕ ਕਰਕੇ ਨਾਲ ਚਲਾਉਣ ਦੀ ਲਈ ਸਪੇਸ ਵਿਹਲੀ ਕਰ ਰਹੇ ਹੋ। ਜਿਹੜੀ ਤੇ ਕਬਜ਼ਾ ਕੀਤਾ ਹੋਇਆ ਸੀ ਮਤਲਬ ਪਿੱਤਰ ਸੱਤਾ ਦਾ, ਉਹ ਕਬਜ਼ਾ ਇੱਕ ਲੈਵਲ 'ਤੇ ਥੋੜ੍ਹਾ ਜਿਹਾ ਢਿੱਲਾ ਕਰ ਰਹੇ ਹੋ, ਲੂਜ਼ ਕਰ ਰਹੇ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਹਿਲੀ ਗੱਲ ਤਾਂ ਇਹ ਉਹਨੂੰ ਇੱਕ ਜਗ੍ਹਾ ਦੇਣੀ, ਉਹ ਆਪਣੇ ਆਪ 'ਚ ਇੱਕ ਇੰਪੋਰਟੈਂਟ ਗੱਲ ਹੁੰਦੀ ਹੈ। ਫਿਰ ਹੁਣ ਹੌਲੀ ਹੌਲੀ ਉਹ ਕਦਮ ਉੱਧਰ ਜਾ ਰਹੇ ਨੇ ਜਿੱਥੋਂ ਉਹਨਾਂ 'ਚੋਂ ਲੀਡਰਸ਼ਿਪ ਐਮਰਜ ਹੋਣ ਦਾ ਸਵਾਲ ਹੁੰਦਾ ਹੈ, ਆਗੂ ਭੂਮਿਕਾ 'ਚ ਆਉਣ ਦਾ ਸਵਾਲ ਹੁੰਦਾ ਹੈ। ਇਹ ਸੰਕੇਤ ਨੇ, ਅਜੇ ਸਮਾਜ 'ਚ ਬਹੁਤ ਕੁਝ ਕਰਨ ਵਾਲਾ ਹੈ, ਸਮਾਜ 'ਚ ਦੀ ਗੱਲ ਨੂੰ ਅੱਗੇ ਵਧਾਉਣ ਵਾਲਾ ਇਹਨਾਂ ਗੱਲਾਂ ਨੂੰ ਹੀ। ਜਿਵੇਂ ਹੁਣ ਜਿੰਨੀਆਂ ਬੀਬੀਆਂ ਅੰਦੋਲਨਾਂ 'ਚ ਆਈਆਂ ਨੇ, ਅੱਜ ਕਿਸਾਨ ਅੰਦੋਲਨ 'ਚ ਪਿਛਲੇ 9 ਮਹੀਨਿਆਂ ਤੋਂ ਬੈਠੀਆਂ ਨੇ, ਇੱਥੇ ਟੋਲ ਪਲਾਜ਼ਿਆਂ 'ਤੇ ਬੈਠੀਆਂ ਨੇ, ਰੋਜ਼ ਜਾ ਰਹੀਆਂ ਨੇ, ਤਾਂ ਘੱਟੋ ਘੱਟ ਦੂਜੇ ਪਾਸੇ ਇੱਕ ਬਿਲਕੁਲ ਪਿਕਚਰ ਦਾ ਦੂਜਾ ਹਿੱਸਾ ਹੈ ਸਾਡੇ ਪੰਜਾਬ ਦੇ ਵਿੱਚ। ਉਹ ਦੂਜਾ ਹਿੱਸਾ ਕੀ ਹੈ ਕਿ ਪਿੰਡਾਂ ਦੇ ਵਿੱਚ ਔਰਤਾਂ ਦੀ ਦਸ਼ਾ ਕੀ ਹੈ। ਪੰਜਾਬ ਦੇ ਵਿੱਚ ਲਗਭਗ 1 ਲੱਖ ਨੁਮਾਇੰਦਾ ਪੰਚਾਇਤੀ ਰਾਜ ਸੰਸਥਾਵਾਂ 'ਚ ਚੁਣਿਆ ਜਾਂਦਾ, ਉਹ 48,000 ਤੋਂ ਵੱਧ ਔਰਤ ਹੈ, 50% ਕਿਉਂਕਿ ਰਿਜ਼ਰਵੇਸ਼ਨ ਹੈ। ਬਿਲਕੁਲ। ਸਰਪੰਚ, ਪੰਚ ਤੇ ਬਾਕੀ ਈਵਨ ਸ਼ਹਿਰਾਂ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨਾਂ ਦੇ ਵਿੱਚ ਤੇ ਮਿਊਨਿਸਪਲ ਕਮੇਟੀਆਂ ਦੇ ਵਿੱਚ ਵੀ। ਪਰ ਅਜੇ ਵੀ ਸਾਡੇ ਸਰਕਾਰੀ ਦਫ਼ਤਰ ਹੋਣ ਜਾਂ ਜਿੱਥੇ ਉਹਨਾਂ ਨੇ ਕੰਮ ਕਰਨਾ, ਉਹਨਾਂ ਦੀ ਉਹ ਜਗ੍ਹਾ ਨਹੀਂ ਹੈ ਵੀ ਉਹ ਫਰੀਲੀ ਜਾ ਕੇ ਆਪਣਾ ਕੰਮ ਆਪ ਕਰਦੀਆਂ ਨੇ। ਅਸੀਂ ਸਮਾਜ ਅਜੇ ਇਹੋ ਜਿਹਾ ਨਹੀਂ ਬਣਾਇਆ ਕਿ ਜਿਹੜੇ ਅਹੁਦੇ 'ਤੇ ਹੈਗਾ ਉਹੀ ਉਹਦਾ ਕੰਮ ਕਰਨ ਦੇ ਯੋਗ ਹੋਊਗਾ ਤੇ ਆਪ ਹੀ ਕਰੂਗਾ, ਉਹਦੇ ਲਈ ਸਪੇਸ ਨਹੀਂ ਬਣਾਈ। ਉਹਦੇ ਲਈ ਅਜੇ ਮੇਲ ਮੈਂਬਰ
ਡੋਮੀਨੇਟ ਕਰ ਰਹੇ ਨੇ, ਪ੍ਰਭਾਵਿਤ ਹੋ ਰਹੇ ਨੇ। ਪਰ ਜਿਵੇਂ ਮੁਲਾਜ਼ਮੀਅਤ ਦੇ ਵਿੱਚ ਹੌਲੀ ਹੌਲੀ ਚੇਂਜ ਹੋ ਗਿਆ, ਜਿਵੇਂ ਜੇ ਕੁੜੀ ਟੀਚਰ ਲੱਗੀ ਹੈ ਤਾਂ ਕੁੜੀ ਪੜ੍ਹਾਊਗੀ ਜਾ ਕੇ ਨਾ, ਉਹਦੀ ਜਗ੍ਹਾ ਕੋਈ ਉਹਦਾ ਹਸਬੈਂਡ ਜਾਂ ਬਾਪ ਉਹ ਤਾਂ ਨਹੀਂ ਚੱਲ ਸਕਦਾ। ਐਵੇਂ ਹੀ ਪੋਲੀਟੀਕਲ ਤੇ ਸੋਸ਼ਲ ਮਾਮਲਿਆਂ ਦੇ ਵਿੱਚ ਵੀ ਜਿਹੜਾ ਉਹਨੂੰ ਮਿਲਿਆ ਵੀ ਕੁੜੀਆਂ ਨੂੰ, ਉਹਦੇ ਲਈ ਇੱਕ ਅਜੇ ਸਪੇਸ ਖੁੱਲ੍ਹੀ ਕਰਨੀ, ਉਹਨੂੰ ਟ੍ਰੇਨ ਵੀ ਕਰਨਾ ਉਸ ਮਾਮਲੇ ਦੇ ਵਿੱਚ, ਸਿਖਲਾਈ ਜ਼ਾਬਤਾ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਸਾਹਮਣੇ ਲਿਆਉਣਾ ਅਤੇ ਬਾਕੀ ਦੀਆਂ ਚੀਜ਼ਾਂ ਕਰਨਾ। ਇੱਧਰ ਨੂੰ ਇਹ ਅੰਦੋਲਨ ਇੱਕ ਮੌਕਾ ਦੇ ਰਹੇ ਨੇ ਬੜਾ ਵੱਡਾ ਜੀ। ਉਸ ਮੌਕੇ ਨੂੰ ਸਾਨੂੰ ਹੋਰ ਮੋਕਲਾ ਕਰਨ ਦੀ ਲੋੜ ਹੈ, ਹੋਰ ਅੱਗੇ ਵਧਾਉਣ ਦੀ ਲੋੜ ਹੈ। ਜਿੰਨਾ ਹੋਰ ਅੱਗੇ ਵਧੂਗਾ ਉਨਾ ਹੀ ਜ਼ਿਆਦਾ, ਕਿਉਂਕਿ ਹੁਣ ਲੋੜ ਹੈ। ਜਦੋਂ ਲੋੜ ਪੈਦਾ ਹੁੰਦੀ ਹੈ ਉਦੋਂ, ਜਦੋਂ ਲੜਨ ਦੀ ਵੀ ਲੋੜ ਹੁੰਦੀ ਹੈ ਉਦੋਂ ਲੋਕ ਲੜਦੇ ਨੇ। ਅਤੇ ਜਦੋਂ ਬਰਾਬਰੀ ਦੀ ਲੋੜ ਹੈ, ਹੁਣ ਲੜਨ ਦੀ ਲੋੜ ਹੈ ਤਾਂ ਮਤਲਬ ਬਰਾਬਰੀ ਦੇ ਸਾਰੇ ਵਰਗਾਂ ਨੂੰ ਇਕੱਠਾ ਕਰਨਾ। ਜੇ ਸਾਰੇ ਵਰਗਾਂ ਨੂੰ ਇਕੱਠਾ ਕਰਨਾ ਤਾਂ ਉਹਨਾਂ ਵਰਗਾਂ ਦੀ ਫੈਸਲਾ ਲੈਣ ਦੇ ਪ੍ਰਕਿਰਿਆ 'ਚ ਹਿੱਸੇਦਾਰੀ ਵੀ ਪਾਉਣੀ ਪਏਗੀ। ਬਿਲਕੁਲ। ਔਰ ਉਹ ਹਿੱਸੇਦਾਰੀ ਵਾਸਤੇ ਤੁਹਾਨੂੰ ਸਪੈਸ਼ਲ ਚੇਤਨ ਰੂਪ ਦੇ ਵਿੱਚ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਨੇ ਔਰ ਕਰਨੀਆਂ ਚਾਹੀਦੀਆਂ ਨੇ। ਇਹ ਸਭ ਤੋਂ ਬੜਾ ਸਵਾਲ ਵੀ ਹੈ ਸਾਡੇ ਸਾਹਮਣੇ। ਔਰ ਕਿਰਨਜੀਤ ਕੁਰਬਾਨੀ ਦਾ ਸਿੰਬਲ ਹੈ ਜੇ ਔਰਤ ਵੀ ਹੈ, ਅਤੇ ਉਸ ਤੋਂ ਬਾਅਦ ਉਹਦੇ 'ਚ ਔਰਤਾਂ ਦੀ ਇਸ ਅੰਦੋਲਨ 'ਚ ਵੱਡੀ ਸ਼ਮੂਲੀਅਤ ਵੀ ਉਹਨੂੰ ਅੱਗੇ ਤੋਰਦੀ ਹੈ ਉਸੇ ਲੜੀ ਨੂੰ। ਅਤੇ ਜਿਵੇਂ ਜਿਵੇਂ ਉਹ ਅੱਗੇ ਤੋਰੇਗੀ ਤਿਵੇਂ ਤਿਵੇਂ, ਜਿਵੇਂ ਵੂਮੈਨ ਕਿਸਾਨ ਜਿਹੜੇ ਸੰਸਦ ਹੋਈ ਹੈ ਦੋਨੇ ਵਾਰ ਜੀ, ਜਿਹੜਾ ਉਹਨਾਂ ਨੇ ਮਤਾ ਵੀ ਪਾਇਆ ਉਦੋਂ ਅੱਗੇ ਕਿ ਜਿਹੜੀ ਸਾਡੀ ਕੰਟਰੀਬਿਊਸ਼ਨ ਹੈ ਕਿੱਤਿਆਂ ਦੇ ਵਿੱਚ, ਉੱਥੇ ਸਾਡੀ ਮਾਨਤਾ ਕਿਉਂ ਨਹੀਂ ਹੈ, ਸਾਡੀ ਉਹਦੇ ਸ਼ਮੂਲੀਅਤ ਕਿਉਂ ਨਹੀਂ ਹੈ। ਔਰ ਇਹ ਸਵਾਲ ਜਦੋਂ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਦਿਮਾਗ ਦੇ ਵਿੱਚ ਔਰ ਸਮਾਜ ਦੇ ਵਿੱਚ, ਔਰ ਸਮਾਜ ਦੇ ਸਾਹਮਣੇ ਚੁਣੌਤੀ ਦੇ ਰੂਪ ਦੇ ਵਿੱਚ, ਤਾਂ ਗੱਲਾਂ ਅੱਗੇ ਤੁਰਦੀਆਂ ਨੇ। ਔਰ ਇਹ ਇੱਕ ਲੜੀ ਹੈ ਔਰ ਕੜੀ ਹੈ, ਔਰ ਜਿਹੜੀ ਜੁੜ ਕੇ ਇੱਕ ਪੂਰੀ ਚੇਨ ਬਣੇਗੀ। ਅਤੇ ਪੂਰੀ ਚੇਨ ਜਦੋਂ ਘੁੰਮਦੀ ਹੈ ਤਾਂ ਚੀਜ਼ਾਂ ਰਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਇਹੀ ਮੇਰੇ ਖਿਆਲ ਉਹਨਾਂ ਕੁਰਬਾਨੀਆਂ ਦਾ ਵੀ, ਅਤੇ ਅੱਗੇ ਜਿਹੜੀ ਸ਼ਮੂਲੀਅਤ ਕਰ ਰਹੀਆਂ ਬੀਬੀਆਂ ਅਤੇ ਅਗਵਾਈ ਕਰ ਰਹੀਆਂ ਬੀਬੀਆਂ ਨੇ, ਅਤੇ ਨਾਲ ਦੀ ਨਾਲ ਜਿਹੜੇ ਬੰਦੇ, ਜਿਹੜੇ ਆਗੂ ਨੇ, ਜਿਹੜੇ ਉਹਨੂੰ ਸਪੇਸ ਬਣਾਉਣ 'ਚ ਰੋਲ ਪਲੇ ਕਰ ਰਹੇ ਨੇ, ਚਾਹੇ ਮਰਦ ਆਗੂ ਹੀ ਨੇ, ਇਹ ਸਭ ਦਾ ਇੱਕ ਕੰਟਰੀਬਿਊਸ਼ਨ ਹੈ ਔਰ ਇਹ ਕੰਟਰੀਬਿਊਸ਼ਨ ਵਧਣੀ ਚਾਹੀਦੀ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।